Kanchan Outlook. ਸ਼ਲੋਕ ਚਤੁਰ ਸਿਆਣਾ ਸੁਗੜ ਸੋਈ ਜਿਨ ਤਜਿਆ ਅਭਿਮਾਨ ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰ ਨਾਮ। ਦੁਨੀਆ ਦੇ ਚਾਰੇ ਪਦਾਰਥ, ਹਾਲਾਂਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਪਦਾਰਥ ਹਨ, ਪਰ ਇਹ ਚਾਰ ਪਦਾਰਥ ਜਿਹੜੇ ਧਰਮ, ਅਰਥ, ਕਾਮ ਤੇ ਮੋਖ ਹਨ, ਇਹਨਾਂ ਨੂੰ ਸ੍ਰੇਸ਼ਟ ਮੰਨਿਆ ਗਿਆ ਹੈ ਗੁਰਬਾਣੀ ਦੇ ਵਿੱਚ। ਸੋ ਇਹ ਚਾਰ ਪਦਾਰਥ ਅਸ਼ਟ ਸਿੱਧ, 8 ਸਿੱਧੀਆਂ, ਕਰਾਮਾਤੀ ਤਾਕਤਾਂ, ਜਿਨ੍ਹਾਂ ਦਾ ਆਪਣੇ ਕੋਲ ਹੋਣ ਦਾ ਜੋਗੀ ਦਾਅਵਾ ਕਰਦੇ ਹਨ। ਭਜ ਨਾਨਕ ਹਰ ਨਾਮ। ਹੇ ਨਾਨਕ, ਪ੍ਰਮਾਤਮਾ ਦਾ ਨਾਮ ਜਪ, ਤੈਨੂੰ ਉਸ ਨਾਮ ਦੇ ਵਿੱਚੋਂ ਹੀ ਦੁਨੀਆ ਦੇ ਚਾਰ ਪਦਾਰਥ ਤੇ 8 ਕਰਾਮਾਤੀ ਤਾਕਤਾਂ ਮਿਲ ਜਾਣਗੀਆਂ। ਇਹ ਜੋ 8 ਸਿੱਧੀਆਂ ਹਨ, ਜਿਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਜੋਗੀ ਤਪ ਕਰਦੇ ਹਨ, ਇਹਨਾਂ ਦੇ ਵਿੱਚ ਆਪਣੇ ਸਰੀਰ ਨੂੰ ਛੋਟਾ ਵੱਡਾ ਕਰ ਲੈਣਾ, ਹਲਕਾ ਤੇ ਭਾਰਾ ਕਰ ਲੈਣਾ, ਆਪਣੀ ਇੱਛਾ ਮੁਤਾਬਕ। ਜਿਸ ਕਿਸੇ ਵੀ ਪਦਾਰਥ ਨੂੰ ਭੋਗਣ ਦੀ ਇੱਛਾ ਹੋਵੇ, ਉਸ ਪਦਾਰਥ ਨੂੰ ਪ੍ਰਗਟ ਕਰ ਲੈਣਾ, ਲੋਕਾਂ ਦੇ ਮਨ ਦੀ ਗੱਲ ਨੂੰ ਬੁੱਝ ਲੈਣਾ, ਤੇ ਦੂਜੇ ਜੀਵਾਂ ਤੇ ਵਸਤੂਆਂ ਨੂੰ ਆਪਣੇ ਅਨੁਸਾਰ ਚੱਲਣ ਦੇ ਲਈ ਮਜਬੂਰ ਕਰ ਲੈਣਾ। ਇਹ ਸਭ ਕੁਝ ਆਉਂਦਾ ਹੈ। ਜੇਕਰ ਤੁਸੀਂ ਅਸਲ ਜ਼ਿੰਦਗੀ ਦੇ ਵਿੱਚ ਅਜਿਹਾ ਕੁਝ ਹੁੰਦੇ ਵੇਖਿਆ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਨਹੀਂ ਤਾਂ ਸਾਨੂੰ ਯਾਦ ਹੈ ਕਿ ਬਚਪਨ ਦੇ ਵਿੱਚ ਵੇਖਦੇ ਹੁੰਦੇ ਸੀ, ਟੀਵੀ ਤੇ ਹਿੰਦੂ ਧਰਮ ਦੇ ਕਈ ਪ੍ਰੋਗਰਾਮ ਆਉਂਦੇ ਸੀ, ਤੇ ਉਹਦੇ ਵਿੱਚ ਕਈ ਸਾਰੇ ਜੋ ਰਿਸ਼ੀ ਸਨ ਉਹ ਗਾਇਬ ਵੀ ਹੋ ਜਾਂਦੇ ਸਨ, ਉਹ ਛੋਟੇ ਵੱਡੇ ਵੀ ਹੋ ਜਾਂਦੇ ਸਨ। ਭਾਵ ਕਿ ਇਹ ਜੋ 8 ਸਿੱਧੀਆਂ ਦੀ ਗੱਲ ਹੋ ਰਹੀ ਹੈ, ਉਹਨਾਂ ਦੇ ਮਾਲਕ ਉਹਨਾਂ ਨੂੰ ਦਿਖਾਇਆ ਗਿਆ ਹੈ, ਪਰ ਅਸਲ ਜ਼ਿੰਦਗੀ ਦੇ ਵਿੱਚ ਸਾਨੂੰ ਅੱਜ ਤੱਕ ਇਹ ਮੌਕਾ ਨਹੀਂ ਮਿਲਿਆ ਅਜਿਹੇ ਕੌਤਕ ਨੂੰ, ਅਜਿਹੀ ਕਰਾਮਾਤ ਨੂੰ ਵੇਖਣ ਦਾ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਗੁਰਬਾਣੀ ਦੇ ਵਿੱਚ ਅਜਿਹਾ ਕਿਉਂ ਲਿਖਿਆ ਹੈ ਕਿ ਪ੍ਰਮਾਤਮਾ ਦਾ ਨਾਮ ਜਪੋ ਤੇ ਇਹ ਅਸ਼ਟ ਸਿੱਧ ਪ੍ਰਾਪਤ ਹੋ ਜਾਣਗੀਆਂ, 8 ਸਿੱਧੀਆਂ ਪ੍ਰਾਪਤ ਹੋ ਜਾਣਗੀਆਂ। ਇਸ ਚੈਨਲ ਨੂੰ ਸਟਾਰਟ ਕਰਨ ਦਾ, ਸ਼ੁਰੂ ਕਰਨ ਦਾ ਜੋ ਸਾਡਾ ਇੱਕ ਮਕਸਦ ਸੀ, ਉਹ ਇਹੀ ਸੀ ਕਿ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚੇ, ਜਿਸ ਦਾ ਕੋਈ ਆਧਾਰ ਹੋਵੇ, ਜਿਸ ਨੂੰ ਮੰਨਣਾ ਵੀ ਸੌਖਾ ਹੋਵੇ। ਸਧਾਰਨ ਤੌਰ ਤੇ ਜੇਕਰ ਕੋਈ ਇਨਸਾਨ ਇਸ ਪੰਕਤੀ ਨੂੰ ਪੜ੍ਹੇ ਤੇ ਇਹਦੀ ਵਿਆਖਿਆ ਨੂੰ ਪੜ੍ਹੇ ਤੇ ਜ਼ਰੂਰ ਇਹੀ ਸੋਚੇਗਾ ਕਿ ਪ੍ਰਮਾਤਮਾ ਦਾ ਨਾਮ ਜਪੀਏ ਤੇ ਸਾਨੂੰ ਇਹ 8 ਕਰਾਮਾਤੀ ਤਾਕਤਾਂ ਪ੍ਰਾਪਤ ਹੋ ਜਾਣਗੀਆਂ। ਹੋ ਸਕਦਾ ਹੈ ਉਹ ਕੋਸ਼ਿਸ਼ ਵੀ ਕਰੇ, ਪੂਰੇ ਮਨ ਨਾਲ ਕੋਸ਼ਿਸ਼ ਕਰੇ, ਪੂਰੇ ਯਕੀਨ ਦੇ ਨਾਲ ਕੋਸ਼ਿਸ਼ ਕਰੇ, ਪਰ ਅਖੀਰ ਦੇ ਵਿੱਚ ਅਸਫਲਤਾ ਹੀ ਮਿਲੇਗੀ। ਸੋ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਤੁਹਾਡੇ ਵਿੱਚੋਂ ਇਹਨਾਂ ਤਾਕਤਾਂ ਨੂੰ ਪਾਉਣ ਦੀ ਇੱਛਾ ਖਤਮ ਹੋ ਜਾਏਗੀ। ਤੁਸੀਂ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਖੁਸ਼ ਹੋ ਜਾਓਗੇ ਜੇਕਰ ਤੁਸੀਂ ਪ੍ਰਮਾਤਮਾ ਦਾ ਨਾਮ ਜਪੋਗੇ। ਤੇ ਨਾਮ ਜਪਣਾ ਜੇਕਰ ਸਿਰਫ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਸਿਮਰਨ ਕਰਨਾ ਹੈ ਤਾਂ ਸਿਰਫ ਇੰਨਾ ਕਰਕੇ ਕੋਈ ਵੀ ਮਨੁੱਖ, ਸਿਰਫ ਇੰਨਾ ਕਰਕੇ ਕੋਈ ਵੀ ਮਨੁੱਖ ਇਹ ਮਾਨਸਿਕ ਸਤਰ ਹਾਸਲ ਨਹੀਂ ਕਰ ਸਕਦਾ ਕਿ ਉਹ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਖੁਸ਼ ਰਵੇ। ਅਸੀਂ ਪਹਿਲਾਂ ਵੀ ਬਹੁਤ ਵਾਰ ਕਿਹਾ ਹੈ, ਵਾਹਿਗੁਰੂ ਵਾਹਿਗੁਰੂ ਕਰਨਾ, ਰਾਮ ਰਾਮ ਕਰਨਾ, ਕੋਈ ਬੁਰਾਈ ਨਹੀਂ ਇਹਦੇ ਵਿੱਚ। ਇੱਕ ਬਹੁਤ ਵਧੀਆ ਮੈਡੀਟੇਸ਼ਨ ਹੈ। ਜੇਕਰ ਤੁਸੀਂ ਇਹਨਾਂ ਸ਼ਬਦਾਂ ਦੇ ਉਚਾਰਨ ਤੇ ਆਪਣਾ ਧਿਆਨ ਕੇਂਦਰਿਤ ਕਰ ਸਕੋ ਤਾਂ। ਜੇਕਰ ਤੁਸੀਂ ਮੁੱਖ ਨਾਲ ਇਹਨਾਂ ਸ਼ਬਦਾਂ ਦਾ ਉਚਾਰਨ ਕਰਦੇ ਪਏ ਹੋ ਪਰ ਮਨ ਦੇ ਵਿੱਚ ਬਹੁਤ ਕੁਝ ਹੋਰ ਹੀ ਚੱਲ ਰਿਹਾ ਹੈ ਤਾਂ ਮੈਡੀਟੇਸ਼ਨ ਵੀ ਨਹੀਂ ਹੋ ਰਹੀ। ਸੋ ਨਾਮ ਜਪਣਾ ਸਿਰਫ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ ਨਹੀਂ, ਉਸ ਪ੍ਰਮਾਤਮਾ ਨੂੰ ਸਦਾ ਆਪਣੇ ਚੇਤੇ ਦੇ ਵਿੱਚ ਰੱਖਣਾ ਹੈ, ਸਦਾ ਆਪਣੇ ਚੇਤੇ 'ਚ ਰੱਖਣਾ। ਹਰ ਪਲ ਤੁਸੀਂ ਕੁਝ ਵੀ ਕਰਦੇ ਹੋ, ਅਕਸਰ ਅਸੀਂ ਵੇਖਦੇ ਹਾਂ
ਅਸੀਂ ਕੋਈ ਵੀ ਕੰਮ ਕਰਦੇ ਹੋਈਏ ਮਨ ਦੇ ਪਿੱਛੇ ਬੈਕਗਰਾਊਂਡ ਦੇ ਵਿੱਚ ਜੇ ਆਪਾਂ ਕਹਿ ਲਈਏ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ। ਸੋ ਜੇਕਰ ਅਸੀਂ ਆਪਣੇ ਆਪ ਨੂੰ ਇਸ ਪ੍ਰਕਾਰ ਦਾ ਬਣਾ ਲਈਏ ਕਿ ਉਹ ਜੋ ਬੈਕਗਰਾਊਂਡ ਦੇ ਵਿੱਚ ਚੱਲਦਾ ਹੈ ਉਹ ਪ੍ਰਮਾਤਮਾ ਦਾ ਨਾਮ ਹੋਵੇ, ਫਿਰ ਬੇਸ਼ੱਕ ਸਾਡੇ ਬੈਕਗਰਾਊਂਡ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਹੀ ਹੋ ਰਿਹਾ ਹੋਵੇ, ਦੁਨਿਆਵੀ ਊਟ ਪਟਾਂਗ ਨਾ ਚੱਲ ਰਿਹਾ ਹੋਵੇ, ਤਾਂ ਅਸੀਂ ਹਰ ਪਲ ਨਾਮ ਜਪਦੇ ਰਵਾਂਗੇ। ਅਸੀਂ ਆਪਣਾ ਕੰਮ ਵੀ ਕਰ ਰਹੇ ਹਾਂ ਪਰ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਵੀ ਹਾਂ। ਹੁਣ ਆਪਾਂ ਅੱਗੇ ਚੱਲਦੇ ਹਾਂ। ਸੋ ਇੱਥੋਂ ਅਸੀਂ ਇਹ ਸਮਝ ਲਈਏ ਕਿ ਇਹਨਾਂ ਸਿੱਧੀਆਂ ਰਿੱਧੀਆਂ ਦਾ ਜੋ ਫਲ ਹੈ ਉਹ ਸਾਨੂੰ ਮਿਲ ਜਾਂਦਾ ਹੈ, ਬਲਕਿ ਉਦੋਂ ਜ਼ਿਆਦਾ ਮਿਲ ਜਾਂਦਾ ਹੈ ਜੇਕਰ ਅਸੀਂ ਨਾਮ ਜਪੀਏ ਤਾਂ। ਸੋਚ ਕੇ ਵੇਖੋ, ਜੇ ਕਿਸੇ ਮਨੁੱਖ ਨੂੰ ਇਹ ਕਰਾਮਾਤੀ ਤਾਕਤਾਂ ਮਿਲ ਜਾਣ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਨਹੀਂ ਭਰ ਜਾਏਗਾ? ਤੇ ਹੰਕਾਰ ਹੀ ਤੇ ਸਾਡੇ ਅਤੇ ਪ੍ਰਮਾਤਮਾ ਦੇ ਰਾਹ ਦੇ ਵਿੱਚ ਰੋੜਾ ਹੈ। ਜੋ ਰਾਹ ਸਾਡੇ ਤੋਂ ਪ੍ਰਮਾਤਮਾ ਤੱਕ ਨੂੰ ਜਾਂਦਾ ਹੈ, ਉਸ ਰਾਹ ਦੇ ਵਿੱਚ ਸਭ ਤੋਂ ਵੱਡਾ ਰੋੜਾ ਹੀ ਹੰਕਾਰ ਹੈ। ਨਾਮ ਜਪਿਆਂ ਸਾਡਾ ਹੰਕਾਰ ਵੀ ਮਰ ਜਾਂਦਾ ਹੈ, ਤੇ ਜਿਹਦਾ ਹੰਕਾਰ ਮਰ ਗਿਆ ਉਹੀ ਅਸਲ ਸਿਆਣਾ ਹੈ। ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਪੌੜੀ। ਚਤੁਰਥ ਚਾਰੇ ਵੇਦ ਸੁਣ ਸੋਧਿਓ ਤਤ ਵਿਚਾਰ, ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪ ਸਾਰ। ਫਿਰ ਤੋਂ ਪ੍ਰਮਾਤਮਾ ਦੇ ਨਾਮ ਦੀ ਮਹਿਮਾ ਹੈ। ਗੁਰੂ ਜੀ ਕਹਿੰਦੇ ਅਸੀਂ ਚਾਰੇ ਹੀ ਵੇਦ ਪੜ੍ਹ ਲਏ। ਚਾਰਾਂ ਵੇਦਾਂ ਨੂੰ ਪੜ੍ਹ ਕੇ ਇਹ ਨਿਰਣਾ ਕੀਤਾ ਹੈ, ਇਹ ਵਿਚਾਰ ਦੀ ਗੱਲ ਲੱਭੀ ਹੈ ਕਿ ਪ੍ਰਮਾਤਮਾ ਦਾ ਸ੍ਰੇਸ਼ਟ ਨਾਮ ਜਪ ਕੇ ਸਾਰੇ ਸੁੱਖ ਮਿਲ ਜਾਂਦੇ ਹਨ, ਸੁੱਖਾਂ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਨਰਕ ਨਿਵਾਰੈ ਦੁੱਖ ਹਰੈ ਟੂਟੈ ਅਨੇਕ ਕਲੇਸ਼, ਮੀਚ ਹੁਟੈ ਜਮਤੇ ਛੁਟੈ ਹਰ ਕੀਰਤਨ ਪ੍ਰਵੇਸ਼। ਪ੍ਰਮਾਤਮਾ ਦਾ ਨਾਮ ਸਾਨੂੰ ਨਰਕਾਂ ਤੋਂ ਬਚਾ ਲੈਂਦਾ ਹੈ। ਤੇ ਨਰਕ ਕਿਹੜੇ ਹਨ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਵਿਸਤਾਰ ਪੂਰਵਕ ਗੱਲ ਕੀਤੀ ਹੈ। ਸਾਡੇ ਸਾਰੇ ਦੁੱਖ ਦੂਰ ਕਰ ਦਿੰਦਾ ਹੈ ਨਾਮ। ਨਾਮ ਦੀ ਬਰਕਤ ਨਾਲ ਸਾਡੇ ਮਨ ਦੇ ਵਿੱਚ ਪੈਦਾ ਹੋਣ ਵਾਲੇ ਅਨੇਕਾਂ ਹੀ ਕਲੇਸ਼ ਮਿਟ ਜਾਂਦੇ ਨੇ। ਸਾਡਾ ਮੌਤ ਦਾ ਡਰ ਖਤਮ ਹੋ ਜਾਂਦਾ ਹੈ ਜਦੋਂ ਸਾਡੇ ਹਿਰਦਿਆਂ ਦੇ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਪ੍ਰਵੇਸ਼ ਕਰ ਜਾਏ। ਭਉ ਬਿਨਸੈ ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ, ਦੁੱਖ ਦਾਰਿਦ ਅਪਵਿੱਤਰਤਾ ਨਾਸੈ ਨਾਮ ਆਧਾਰ। ਜੇ ਨਿਰੰਕਾਰ ਪ੍ਰਭੂ ਦੇ ਪ੍ਰੇਮ ਰੰਗ ਦੇ ਵਿੱਚ ਅਸੀਂ ਰੰਗੇ ਜਾਈਏ ਤਾਂ ਮਨ ਵਿੱਚੋਂ ਹਰੇਕ ਪ੍ਰਕਾਰ ਦਾ ਭਉ, ਹਰੇਕ ਪ੍ਰਕਾਰ ਦਾ ਡਰ ਬਿਨਸ ਜਾਂਦਾ ਹੈ। ਆਤਮਿਕ ਜੀਵਨ ਦੇਣ ਵਾਲਾ ਜੋ ਨਾਮ ਹੈ ਉਹ ਸਾਡੇ ਹਿਰਦੇ ਵਿੱਚ ਰਚ ਮਿਚ ਜਾਂਦਾ ਹੈ। ਸਾਡੇ ਸਾਰੇ ਹੀ ਦੁੱਖ ਦਰਿੱਦਰ, ਸਾਡੇ ਵਿੱਚ ਜੋ ਅਪਵਿੱਤਰਤਾਵਾਂ ਨੇ ਉਹਨਾਂ ਦਾ ਵੀ ਨਾਸ ਹੋ ਜਾਂਦਾ ਹੈ। ਸੁਰ ਨਰ ਮੁਨ ਜਨ ਖੋਜ ਤੇ ਸੁਖ ਸਾਗਰ ਗੋਪਾਲ, ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧ ਰਵਾਲ। ਹੇ ਨਾਨਕ, ਦੈਵੀ ਗੁਣਾਂ ਵਾਲੇ ਮਨੁੱਖ ਤੇ ਰਿਸ਼ੀ ਲੋਕ ਜਿਸ ਸੁੱਖਾਂ ਦੇ ਸਮੁੰਦਰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਢੂੰਡ ਭਾਲ ਕਰਦੇ ਹਨ, ਉਹਨੂੰ ਲੱਭਦੇ ਫਿਰਦੇ ਹਨ, ਉਹ ਪ੍ਰਮਾਤਮਾ ਗੁਰੂ ਦੀ ਚਰਨ ਧੂੜ ਪ੍ਰਾਪਤ ਕੀਤਿਆਂ ਮਿਲ ਪੈਂਦਾ ਹੈ। ਤੇ ਗੁਰੂ ਦੀ ਚਰਨ ਧੂੜ ਲਿਟਰਲੀ ਸਰੀਰਕ ਤੌਰ ਤੇ ਉਹਦੇ ਚਰਨਾਂ ਦੀ ਧੂੜ ਨਹੀਂ, ਬਲਕਿ ਗੁਰੂ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਨੇ। ਉਹਨਾਂ ਸਿੱਖਿਆਵਾਂ 'ਚੋਂ ਸਾਨੂੰ ਪ੍ਰਮਾਤਮਾ ਹਾਸਲ ਹੋ ਜਾਂਦਾ ਹੈ, ਪ੍ਰਮਾਤਮਾ ਦੇ ਨਾਲ ਸਾਡਾ ਮਿਲਾਪ ਹੋ ਜਾਂਦਾ ਹੈ। ਜਦੋਂ ਹੋ ਜਾਏ ਤਾਂ ਸਾਡਾ ਮਨ ਪਵਿੱਤਰ ਹੋ ਜਾਂਦਾ ਹੈ, ਲੋਕ ਪਰਲੋਕ ਦੇ ਵਿੱਚ ਸਾਡਾ ਮੁਖ ਰੌਸ਼ਨ ਹੁੰਦਾ ਹੈ। ਭਾਵੇਂ ਸਾਡੇ ਤੇ ਕਿੱਡੀ ਵੀ ਭੀੜ ਪਈ ਹੋਵੇ, ਕਿੱਡੀ ਵੀ ਮੁਸੀਬਤ ਆਈ ਹੋਵੇ, ਸਾਡੇ ਮੁਖ ਤੇ ਹਮੇਸ਼ਾ ਹੀ ਉਜਾਲਾ ਰਹਿੰਦਾ ਹੈ, ਹਮੇਸ਼ਾ ਹੀ ਰੌਸ਼ਨੀ ਰਹਿੰਦੀ ਹੈ, ਸਾਡਾ ਮੁਖ ਹਮੇਸ਼ਾ ਹੀ ਖਿੜਿਆ ਰਹਿੰਦਾ ਹੈ। ਸ਼ਲੋਕ। ਪੰਚ ਵਿਕਾਰ ਮਨ ਮਹਿ ਬਸੇ, ਰਾਚੇ ਮਾਇਆ ਸੰਗ, ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ। ਹੇ ਨਾਨਕ, ਜਿਹੜੇ ਮਨੁੱਖ ਮਾਇਆ ਦੇ ਮੋਹ ਵਿੱਚ ਮਸਤ ਰਹਿੰਦੇ ਹਨ, ਉਹਨਾਂ ਦੇ ਮਨ ਵਿੱਚ ਪੰਜ ਵਿਕਾਰ ਟਿਕੇ ਰਹਿੰਦੇ ਹਨ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ।
ਪਰ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਵੇ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਸਾਧ ਸੰਗ ਹੋਏ ਨਿਰਮਲਾ। ਪੌੜੀ। ਪੰਚਮ ਪੰਚ ਪ੍ਰਧਾਨ ਤੇ ਜੇ ਜਾਣਿਓ ਪਰਪੰਚ, ਕੁਸਮ ਬਾਸ ਬਹੁ ਰੰਗ ਘਣੋ ਸਭ ਮਿਥਿਆ ਬਲਵੰਚ। ਚੰਦਰਮਾ ਦੀਆਂ ਤਿਥੀਆਂ ਦੀ ਗੱਲ ਕਰਦੇ ਹੋਏ ਹੁਣ ਆਪਾਂ ਪੰਚਮ ਤੇ ਪਹੁੰਚ ਗਏ ਹਾਂ, ਪੰਜਵੀਂ ਤੇ ਪਹੁੰਚ ਗਏ ਹਾਂ। ਪੰਜਵੀਂ ਤੋਂ ਗੁਰੂ ਜੀ ਨੇ ਪੰਜ ਵਿਕਾਰਾਂ ਦੀ ਗੱਲ ਕਰ ਲਈ ਹੈ ਤੇ ਨਾਲ ਹੀ ਸੰਤ ਜਨਾਂ ਦੀ, ਜਿਨ੍ਹਾਂ ਨੂੰ ਪੰਚ ਵੀ ਕਿਹਾ ਗਿਆ ਹੈ, ਉਹਨਾਂ ਦੀ ਵੀ ਗੱਲ ਕਰ ਲਈ ਹੈ। ਤੇ ਗੁਰੂ ਜੀ ਕਹਿੰਦੇ ਪੰਚ ਪ੍ਰਧਾਨ ਤੇ ਉਹ ਮਨੁੱਖ ਸ੍ਰੇਸ਼ਟ ਸੰਤ ਮੰਨੇ ਜਾਂਦੇ ਹਨ, ਜੇ ਜਾਣਿਓ ਪਰਪੰਚ, ਜਿਨ੍ਹਾਂ ਨੇ ਇਸ ਜਗਤ ਪਸਾਰੇ ਨੂੰ ਸਮਝਿਆ ਹੈ। ਸਮਝਣ ਤੋਂ ਭਾਵ ਇਸ ਜਗਤ ਦੇ ਪਸਾਰੇ ਦੀ ਅਸਲੀਅਤ ਨੂੰ ਜਾਣ ਲਿਆ ਹੈ, ਪੁੱਜ ਲਿਆ ਹੈ, ਆਪਣੇ ਮਨ ਦੇ ਵਿੱਚ ਪੱਕਾ ਕਰ ਲਿਆ ਹੈ। ਜਾਣਦੇ ਤਾਂ ਅਸੀਂ ਸਭ ਹਾਂ, ਸਾਨੂੰ ਸਭ ਨੂੰ ਪਤਾ ਹੈ ਕਿ ਇੱਥੇ ਸਭ ਕੁਝ ਜੋ ਵੀ ਹੈ ਨਾਸਵੰਤ ਹੈ। ਅਸੀਂ ਵੀ ਨਾਸਵੰਤ ਹਾਂ, ਸਾਡੇ ਸਕੇ ਸੰਬੰਧੀ ਵੀ ਨਾਸਵੰਤ ਨੇ। ਜਿਹੜੇ ਧਨ ਪਦਾਰਥਾਂ ਦੀ ਅਸੀਂ ਮਾਣ ਕਰਦੇ ਹਾਂ ਉਹ ਵੀ ਨਾਸਵੰਤ ਨੇ। ਜਿਹੜੇ ਮਹਿਲਾਂ ਦੇ ਵਿੱਚ ਅਸੀਂ ਰਹਿੰਦੇ ਹਾਂ ਜਾਂ ਭਾਵੇਂ ਜਿਹੜੀਆਂ ਝੁੱਗੀਆਂ ਦੇ ਵਿੱਚ ਰਹਿੰਦੇ ਹਾਂ ਉਹ ਵੀ ਨਾਸਵੰਤ ਨੇ। ਇੱਕ ਦਿਨ ਤੇ ਉਹਨਾਂ ਦੀ ਵੀ ਮਿਆਦ ਪੂਰੀ ਹੋ ਜਾਣੀ ਹੈ। ਅਸੀਂ ਸਿਰਫ ਇਹ ਗੱਲਾਂ ਜਾਣਦੇ ਹਾਂ, ਇਹਨਾਂ ਨੂੰ ਆਪਣੇ ਮਨ 'ਚ ਨਹੀਂ ਵਸਾਇਆ। ਪਰ ਅਸਲੀ ਸੰਤ ਜਨ ਉਹ ਨੇ ਜਿਨ੍ਹਾਂ ਨੇ ਇਹਨਾਂ ਗੱਲਾਂ ਨੂੰ, ਇਹਨਾਂ ਸਿੱਖਿਆਵਾਂ ਨੂੰ ਆਪਣੇ ਮਨ 'ਚ ਵਸਾ ਲਿਆ, ਇਸ ਅਸਲੀਅਤ ਨੂੰ ਪੂਰੀ ਤਰ੍ਹਾਂ ਦੇ ਨਾਲ ਮੰਨ ਲਿਆ। ਉਹ ਇਸ ਜਗਤ ਪਸਾਰੇ ਨੂੰ ਕੁਸਮ ਬਾਸ ਵਰਗਾ ਮੰਨਦੇ ਹਨ, ਫੁੱਲਾਂ ਦੀ ਸੁਗੰਧੀ ਵਰਗਾ ਮੰਨਦੇ ਹਨ। ਬੇਸ਼ੱਕ ਫੁੱਲਾਂ ਦੇ ਬਾਗ ਵਿੱਚ ਬਹੁਤ ਪ੍ਰਕਾਰ ਦੇ ਰੰਗ ਹੁੰਦੇ ਨੇ, ਬਹੁਤ ਰੰਗ ਘਣੋ, ਤੇ ਬੜੇ ਪ੍ਰਕਾਰ ਦੀਆਂ ਸੁਗੰਧੀਆਂ ਵੀ ਹੁੰਦੀਆਂ ਨੇ, ਪਰ ਉਹ ਫੁੱਲ ਵੀ ਤੇ ਉਹ ਸੁਗੰਧੀਆਂ ਵੀ ਸਭ ਝੂਠ ਹੈ, ਨਾਸਵੰਤ ਹੈ। ਉਹ ਬਹੁਤਾ ਚਿਰ ਨਹੀਂ ਰਹਿੰਦੀ। ਇੱਕ ਫੁੱਲ ਦੇ ਵਿੱਚੋਂ ਖੁਸ਼ਬੂ ਬਹੁਤਾ ਚਿਰ ਨਹੀਂ ਆਉਂਦੀ ਤੇ ਉਸ ਫੁੱਲ ਦੀ ਮਿਆਦ ਵੀ ਬਹੁਤੀ ਨਹੀਂ ਹੁੰਦੀ। ਕੁਝ ਦਿਨਾਂ ਦੇ ਵਿੱਚ ਮੁਰਝਾ ਜਾਏਗਾ, ਝੜ ਜਾਏਗਾ, ਫਿਰ ਮਿੱਟੀ ਦੇ ਵਿੱਚ ਹੀ ਰਲ ਜਾਏਗਾ। ਹਰ ਜੀਵ ਦੀ ਆਪਣੀ ਆਪਣੀ ਉਮਰ ਹੈ। ਮਨੁੱਖ ਹੈ 60-70 ਸਾਲ ਜੀ ਜਾਂਦਾ ਹੈ, 100 ਸਾਲ ਤੱਕ ਵੀ ਜੀ ਜਾਂਦਾ ਹੈ। ਫੁੱਲ ਨੇ, ਉਹਨਾਂ ਦੀ ਮਿਆਦ ਕੁਝ ਦਿਨਾਂ ਦੀ ਹੀ ਹੁੰਦੀ ਹੈ। ਕੱਛੂ ਕੁੰਮਾ ਵੀ ਹੈ, ਉਹਦੀ ਉਮਰ 300-400 ਸਾਲ ਤੱਕ ਵੀ ਚਲੀ ਜਾਂਦੀ ਹੈ। ਤੇ ਬਥੇਰੇ ਹੀ ਸੂਖਮ ਜੀਵ ਜਿਨ੍ਹਾਂ ਨੂੰ ਅਸੀਂ ਨੰਗੀ ਅੱਖ ਦੇ ਨਾਲ ਵੇਖ ਵੀ ਨਹੀਂ ਸਕਦੇ, ਉਹਨਾਂ ਦੀ ਮਿਆਦ ਕੁਝ ਘੰਟਿਆਂ ਦੀ ਵੀ ਹੋ ਸਕਦੀ ਹੈ। ਇਸ ਧਰਤੀ ਦੇ ਉੱਪਰ ਤੁਹਾਡਾ ਸਮਾਂ ਥੋੜ੍ਹਾ ਜਾਂ ਬਹੁਤਾ ਹੋ ਸਕਦਾ ਹੈ, ਪਰ ਬੇਅੰਤ ਨਹੀਂ ਹੋ ਸਕਦਾ। ਤੁਹਾਡਾ ਅੰਤ ਇੱਕ ਦਿਨ ਨਿਸ਼ਚਿਤ ਹੈ। ਅਸੀਂ ਸਭ ਨਾਸਵੰਤ ਹਾਂ, ਸਦਾ ਇੱਥੇ ਅਸੀਂ ਨਹੀਂ ਰਹਿ ਸਕਦੇ। ਨਾ ਜਾਪੈ ਨਾ ਬੂਝੀਐ, ਨਾ ਕਛ ਕਰਤ ਵਿਚਾਰ, ਸੁਆਦ ਮੋਹ ਰਸ ਬੇਦਿਓ, ਅਗਿਆਨ ਰਚਿਓ ਸੰਸਾਰ। ਇਹ ਜੋ ਜਗਤ ਹੈ, ਜਗਤ ਤੇ ਵਸਦੇ ਹੋਏ ਜੀਵ ਹਨ, ਇਹ ਆਮ ਤੌਰ ਤੇ ਅਗਿਆਨਤਾ ਦੇ ਵਿੱਚ ਹੀ ਰਚੇ ਰਹਿੰਦੇ ਹਨ, ਅਗਿਆਨਤਾ ਦੇ ਵਿੱਚ ਮਸਤ ਰਹਿੰਦੇ ਹਨ। ਅਗਿਆਨਤਾ ਤੋਂ ਭਾਵ ਇਹ ਨਹੀਂ ਕਿ ਜੋ ਕੰਮ ਤੁਸੀਂ ਕਰਦੇ ਹੋ ਆਪਣੇ ਜੀਵਨ ਦੇ ਵਿੱਚ ਉਹਦਾ ਤੁਹਾਨੂੰ ਗਿਆਨ ਨਹੀਂ ਹੈ। ਅਗਿਆਨਤਾ ਤੋਂ ਅਸਲ ਦੇ ਵਿੱਚ ਭਾਵ ਹੈ ਕਿ ਜੋ ਜਗਤ ਦੀ ਅਸਲੀਅਤ ਹੈ ਉਹਦਾ ਗਿਆਨ ਨਹੀਂ ਹੈ, ਉਹਦੇ ਵੱਲ ਵਿਚਾਰ ਨਹੀਂ ਕਰਦੇ। ਨਾ ਜਾਪੈ ਨਾ ਬੂਝੀਐ, ਸਹੀ ਜੀਵਨ ਜੁਗਤ ਜੋ ਹੈ ਨਾ ਹੀ ਤੇ ਇਹਨੂੰ ਸੁਝਦੀ ਹੈ ਤੇ ਨਾ ਹੀ ਇਹ ਸਮਝਦਾ ਹੈ। ਇਹਦੇ ਮਨ ਵਿੱਚ ਖਿਆਲ ਹੀ ਪੈਦਾ ਨਹੀਂ ਹੁੰਦਾ ਕਿ ਸਹੀ ਜੀਵਨ ਜੁਗਤ ਦੇ ਬਾਰੇ ਵਿੱਚ ਜਾਣਿਆ ਜਾਏ। ਨਾ ਕਛ ਕਰਤ ਵਿਚਾਰ, ਤੇ ਨਾ ਹੀ ਇਹ ਸਹੀ ਜੀਵਨ ਜੁਗਤ ਬਾਰੇ ਕੋਈ ਵਿਚਾਰ ਕਰਦਾ ਹੈ। ਕਈ ਮਨੁੱਖ ਕਰਦੇ ਵੀ ਨੇ। ਜੋ ਮਨੁੱਖ, ਜੋ ਤੁਸੀਂ, ਅਸੀਂ ਗੁਰਬਾਣੀ ਦੇ ਲੜ ਲੱਗੇ ਹੋਏ ਹਾਂ, ਉਹਦਾ ਇੱਕੋ ਇੱਕ ਕਾਰਨ ਇਹੀ ਹੈ ਕਿ ਅਸੀਂ ਸਹੀ ਜੀਵਨ ਜੁਗਤ ਨੂੰ ਸਮਝਣਾ ਚਾਹੁੰਦੇ ਹਾਂ। ਸਾਡੇ ਮਨ ਦੇ ਵਿੱਚ ਇੱਕ ਪ੍ਰੇਰਣਾ ਪੈਦਾ ਹੋਈ ਕਿ ਅਸੀਂ ਦੁਨਿਆਵੀ ਜੀਵਨ ਤੋਂ ਥੋੜ੍ਹਾ ਜਿਹਾ ਉੱਪਰ ਉੱਠ ਕੇ ਅਸਲੀ ਜੀਵਨ ਜੁਗਤ ਜੋ ਹੈ ਉਹਨੂੰ ਸਮਝੀਏ। ਜਗਤ ਦਾ ਇਹ ਜੋ ਖਿਲਾਰਾ ਹੈ, ਪ੍ਰਪੰਚ ਹੈ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਅਸੀਂ ਇਸ ਜਗਤ ਦੇ ਵਿੱਚ ਕਿਉਂ ਹਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ। ਪਰ ਇਹ ਜੋ ਸਾਡੇ ਅੰਦਰ ਜਿਗਿਆਸਾ ਪੈਦਾ ਹੋਈ, ਇਹ ਸਭ ਕੁਝ ਜਾਣਨ ਦੀ, ਇਹ ਆਪਣੇ ਆਪ ਪੈਦਾ ਹੋ ਗਈ। ਇਹਦੇ ਤੇ ਸਾਡਾ ਅਖਤਿਆਰ ਨਹੀਂ ਸੀ। ਜਦ ਇਹ ਜਿਗਿਆਸਾ ਪੈਦਾ ਹੋ ਗਈ, ਉਸ ਤੋਂ ਬਾਅਦ ਅਸੀਂ ਐਕਸ਼ਨ ਕੀ ਲੈਣਾ ਹੈ, ਅਸੀਂ ਕਰਨਾ ਕੀ ਹੈ ਉਸ ਜਿਗਿਆਸਾ ਦਾ, ਇਹ ਸਾਡੇ ਹੱਥ ਵੱਸ ਹੈ। ਤੇ ਇਸੇ ਕਰਕੇ ਹੀ ਅਸੀਂ ਗੁਰਬਾਣੀ ਦੇ ਲੜ ਲੱਗ ਗਏ ਹਾਂ। ਪਰ ਉਹ ਜਿਗਿਆਸਾ ਨੂੰ ਸਾਡੇ ਅੰਦਰ ਪੈਦਾ ਕਰਨਾ ਸਾਡੇ ਹੱਥ ਵੱਸ ਨਹੀਂ ਹੈ, ਉਹ ਪ੍ਰਮਾਤਮਾ ਨੇ ਸਾਡੇ ਅੰਦਰ ਪੈਦਾ ਕਰ ਦਿੱਤੀ। ਸੋ ਸਾਨੂੰ ਸਹੀ ਜੀਵਨ ਜੁਗਤ ਦੀ ਜਾਂਚ ਲੱਭਣ ਦੀ ਜਿਗਿਆਸਾ ਪ੍ਰਮਾਤਮਾ ਵੱਲੋਂ ਮਿਲੀ। ਉਸ ਜਿਗਿਆਸਾ ਦੇ ਉੱਤੇ ਅਸੀਂ ਵਿਚਾਰ ਕੀਤੀ, ਉਹਨੂੰ ਤ੍ਰਿਪਤ ਕਿਵੇਂ ਕਰਨਾ ਹੈ ਕੋਸ਼ਿਸ਼ ਕੀਤੀ, ਤੇ ਸਾਨੂੰ ਗੁਰਬਾਣੀ ਮਿਲ ਗਈ। ਅਸੀਂ ਗੁਰਬਾਣੀ ਦੇ ਲੜ ਲੱਗ ਗਏ। ਨਹੀਂ ਤਾਂ ਜੋ ਆਮ ਤੌਰ 'ਤੇ ਸੰਸਾਰ ਹੈ, ਉਹ ਸਵਾਦਾਂ ਦੇ ਵਿੱਚ, ਰਸਾਂ ਦੇ ਵਿੱਚ, ਮੋਹ ਦੇ ਵਿੱਚ ਮਸਤ ਰਹਿੰਦਾ ਹੈ। ਜਨਮ ਮਰਨ ਬਹੁ ਜੋਨ ਭ੍ਰਮਣ, ਕੀਨੇ ਕਰਮ ਅਨੇਕ, ਰਚਨਹਾਰ ਨਾ ਸਿਮਰਿਓ, ਮਨ ਨਾ ਵਿਚਾਰ ਵਿਵੇਕ। ਜਿਸ ਮਨੁੱਖ ਨੇ ਸਿਰਜਣਹਾਰ ਪ੍ਰਮਾਤਮਾ ਨੂੰ ਨਹੀਂ ਸਿਮਰਿਆ, ਆਪਣੇ ਮਨ ਦੇ ਵਿੱਚ ਚੰਗੇ ਤੇ ਮੰਦੇ ਕਰਮਾਂ ਦੀ ਵਿਚਾਰ ਨਹੀਂ ਕੀਤੀ ਕਿ ਕਿਹੜਾ ਕਰਮ ਚੰਗਾ ਹੈ, ਕਿਹੜਾ ਕਰਮ ਬੁਰਾ ਹੈ, ਤੇ ਇਹ ਵਿਚਾਰ ਸਾਨੂੰ ਕਰਨੀ ਨਹੀਂ ਪੈਂਦੀ। ਇਹ ਹਰ ਮਨੁੱਖ ਦੇ ਅੰਦਰ ਪ੍ਰਮਾਤਮਾ ਨੇ ਬਖਸ਼ੀ ਹੈ, ਕਿਉਂਕਿ ਹਰ ਮਨੁੱਖ ਦੇ ਅੰਦਰ ਉਹ ਪ੍ਰਮਾਤਮਾ ਆਪ ਵਿਰਾਜਮਾਨ ਹੈ। ਉਹ ਸਾਨੂੰ ਰਾਹ ਦਿਖਾਉਂਦਾ ਹੈ ਕਿ ਇਹ ਚੰਗਾ ਹੈ, ਇਹ ਬੁਰਾ ਹੈ। ਪਰ ਕਈ ਵਾਰ ਅਸੀਂ ਸੰਸਾਰਿਕ ਜੀਵਨ ਦੇ ਵਿੱਚ, ਵਿਕਾਰਾਂ ਦੇ ਵਿੱਚ ਇੰਨੇ ਮਸਤ ਹੋ ਚੁੱਕੇ ਹੁੰਦੇ ਹਾਂ ਕਿ ਪ੍ਰਮਾਤਮਾ ਦੀ ਉਸ ਆਵਾਜ਼ ਨੂੰ ਅਸੀਂ ਸੁਣਦੇ ਨਹੀਂ, ਉਹਨੂੰ ਦਬਾ ਦਿੰਦੇ ਹਾਂ। ਸੋ ਜਿਹੜੇ ਮਨੁੱਖ ਉਸ ਆਵਾਜ਼ ਨੂੰ ਨਹੀਂ ਸੁਣਦੇ, ਆਪਣੇ ਮਨ ਵਿੱਚ ਭਲੇ ਤੇ ਬੁਰੇ ਕੰਮ ਦਾ ਵਿਚਾਰ ਨਹੀਂ ਕਰਦੇ, ਹੋਰ ਅਨੇਕਾਂ ਕਾਰਜ ਕਰਦੇ ਨੇ, ਕੀਨੇ ਕਰਮ ਅਨੇਕ, ਹੋਰ ਬਹੁਤ ਪ੍ਰਕਾਰ ਦੇ ਕੰਮ ਕਰਦੇ ਨੇ। ਆਪਣੇ ਜੀਵਨ ਨੂੰ ਨਿਰੰਤਰ ਰੱਖਣ ਦੇ ਲਈ ਨੌਕਰੀ ਵੀ ਕਰਦੇ ਨੇ, ਜਾਂ ਆਪਣਾ ਕੋਈ ਕਿੱਤਾ ਕਰਦੇ ਨੇ, ਉਹ ਵਾਲੇ ਕੰਮ ਵੀ ਕਰਦੇ ਨੇ, ਤੇ ਨਾਲ ਧਾਰਮਿਕ ਕਾਰਜ ਵੀ ਬਹੁਤ ਕਰਦੇ ਨੇ। ਪਰ ਕੋਈ ਵੀ ਕਾਰਜ ਕਰਨ ਲੱਗਿਆਂ ਉਹਨੂੰ ਸਹੀ ਜੀਵਨ ਜਾਂਚ ਦੀ ਕਸੌਟੀ ਦੇ ਉੱਤੇ ਪਰਖਦੇ ਨਹੀਂ ਕਿ ਇਹ ਜੋ ਮੈਂ ਕਰ ਰਿਹਾ ਹਾਂ, ਇਹ ਮੇਰੇ ਮਨ ਨੂੰ ਸਥਿਰਤਾ ਵੱਲ ਲੈ ਕੇ ਜਾਏਗਾ ਜਾਂ ਨਹੀਂ। ਇਸੇ ਕਰਕੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ, ਬਹੁਤ ਜੋਨਾਂ ਦੇ ਵਿੱਚ ਭਟਕਦੇ ਰਹਿੰਦੇ ਹਨ। ਭਾਉ ਭਗਤ ਭਗਵਾਨ ਸੰਗ, ਮਾਇਆ ਲਿਪਤ ਨਾ ਰੰਚ, ਨਾਨਕ ਬਿਰਲੇ ਪਾਈਐ, ਜੋ ਨਾ ਰਚੇ ਪ੍ਰਪੰਚ। ਹੇ ਨਾਨਕ, ਜਗਤ ਦੇ ਵਿੱਚ ਕੋਈ ਵਿਰਲਾ ਮਨੁੱਖ ਹੀ ਇਹ ਸੁਭਾਗ ਹਾਸਲ ਕਰਦਾ ਹੈ, ਪਾਉਂਦਾ ਹੈ, ਜਿਹੜਾ ਇਸ ਜਗਤ ਖਿਲਾਰੇ ਦੇ ਵਿੱਚ, ਇਸ ਪ੍ਰਪੰਚ ਦੇ ਵਿੱਚ ਨਹੀਂ ਫਸਦਾ। ਬਹੁਤ ਵਿਰਲੇ ਮਨੁੱਖ ਹੁੰਦੇ ਹਨ। ਜਦ ਤੱਕ ਤੁਸੀਂ ਗੁਰਬਾਣੀ ਦੇ ਲੜ ਨਹੀਂ ਲੱਗੇ ਸੀ, ਉਦੋਂ ਤੱਕ ਤੁਸੀਂ ਵੀ, ਤੇ ਜਦ ਤੱਕ ਅਸੀਂ ਗੁਰਬਾਣੀ ਦੇ ਲੜ ਨਹੀਂ ਲੱਗੇ ਸੀ, ਉਦੋਂ ਤੱਕ ਅਸੀਂ ਵੀ ਇਸ ਪ੍ਰਪੰਚ ਦੇ ਵਿੱਚ ਫਸੇ ਹੋਏ ਸਾਂ। ਪਰਮਾਤਮਾ ਨੇ ਸਾਡੇ ਅੰਦਰ ਇੱਕ ਖਿਆਲ ਪੈਦਾ ਕੀਤਾ, ਅਸੀਂ ਗੁਰਬਾਣੀ ਦੇ ਲੜ ਲੱਗੇ, ਤੇ ਹੌਲੀ 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 ਅਸੀਂ ਵੀ ਤੇ ਤੁਸੀਂ ਵੀ ਇਸ ਪ੍ਰਪੰਚ ਦੇ ਵਿੱਚੋਂ ਬਾਹਰ ਨਿਕਲ ਰਹੇ ਹਾਂ। ਤੇ ਪਰਮਾਤਮਾ ਦੀ ਮਿਹਰ ਸਾਡੇ ਤੇ ਬਣੀ ਰਹੇ, ਤੇ ਅਸੀਂ ਉਹਨਾਂ ਵਿਰਲਿਆਂ ਦੇ ਵਿੱਚ ਆ ਜਾਵਾਂਗੇ ਜੋ ਜਗਤ ਖਿਲਾਰੇ ਦੇ ਵਿੱਚ ਨਹੀਂ ਫਸਦੇ, ਜਿਨ੍ਹਾਂ ਦੇ ਉੱਤੇ ਮਾਇਆ ਆਪਣਾ ਰੱਤਾ ਭਰ ਵੀ ਪ੍ਰਭਾਵ ਨਹੀਂ ਪਾ ਸਕਦੀ। ਉਹਨਾਂ ਦਾ ਧਿਆਨ ਭਗਵਾਨ ਦੇ ਨਾਲ ਪ੍ਰੇਮ ਅਤੇ ਭਗਵਾਨ ਦੀ ਭਗਤੀ ਦੇ ਵਿੱਚ ਲੱਗਿਆ ਰਹਿੰਦਾ ਹੈ। ਸੋ ਪਰਮਾਤਮਾ ਮਿਹਰ ਕਰੇ, ਸਾਡਾ ਧਿਆਨ ਵੀ ਭਗਵਾਨ ਦੀ ਭਗਤੀ ਅਤੇ ਭਗਵਾਨ ਦੇ ਨਾਲ ਪ੍ਰੇਮ ਦੇ ਵਿੱਚ ਇੰਝ ਹੀ ਲੱਗਿਆ ਰਵੇ। ਸ਼ਲੋਕ। ਖਟ ਸ਼ਾਸਤਰ ਊਚੋ ਕਹੈ, ਅੰਤ ਨਾ ਪਾਰਾਵਾਰ, ਭਗਤ ਸੋਹੈ ਗੁਣ ਗਾਵਤੇ, ਨਾਨਕ ਪ੍ਰਭ ਕੈ ਦੁਆਰ। ਛੇ ਸ਼ਾਸਤਰ ਉੱਚੀ ਉੱਚੀ ਪੁਕਾਰ ਕੇ ਆਖਦੇ ਹਨ ਕਿ ਉਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਛੇ ਸ਼ਾਸਤਰ ਹਨ: ਸਾਂਖ, ਯੋਗ, ਨਿਆਏ, ਵੈਸ਼ੇਸ਼ਿਕ, ਮੀਮਾਂਸਾ ਅਤੇ ਵੇਦਾਂਤ। ਛੇ ਦੇ ਛੇ ਸ਼ਾਸਤਰ ਇਹ ਗੱਲ ਆਖਦੇ ਹਨ ਕਿ ਪ੍ਰਮਾਤਮਾ ਦੇ ਗੁਣਾਂ ਦਾ, ਪ੍ਰਮਾਤਮਾ ਦੀ ਹਸਤੀ ਦਾ,
ਉਰਲਾ ਪਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਹੇ ਨਾਨਕ, ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਜੋ ਉਹਦੇ ਭਗਤ ਹਨ, ਉਹ ਪਰਮਾਤਮਾ ਦੇ ਦਰ 'ਤੇ ਪਰਮਾਤਮਾ ਦੇ ਗੁਣ ਗਾਉਂਦੇ ਸੋਭਦੇ ਹਨ, ਸੋਹਣੇ ਲੱਗਦੇ ਹਨ। ਭਗਤ ਸੋ ਹੈ ਗੁਣ ਗਾਵਤੇ, ਨਾਨਕ ਪ੍ਰਭ ਕੈ ਦੁਆਰ। ਪੌੜੀ। ਖਸ਼ਟਮ ਖਟ ਸ਼ਾਸਤਰ ਕਹੈ, ਸਿਮਰਤ ਕਥੈ ਅਨੇਕ, ਉਤਮ ਉੱਚੋ ਪਾਰ ਬ੍ਰਹਮ, ਗੁਣ ਅੰਤ ਨਾ ਜਾਣੈ ਸ਼ੇਖ। ਫਿਰ ਤੋਂ 6 ਸ਼ਾਸਤਰਾਂ ਦੀ ਗੱਲ ਹੋ ਰਹੀ ਹੈ। ਗੁਰੂ ਜੀ ਕਹਿੰਦੇ ਕਿ 6 ਦੇ 6 ਸ਼ਾਸਤਰ ਤੇ ਅਨੇਕਾਂ ਹੀ ਸਮਿਰਤੀਆਂ ਪਰਮਾਤਮਾ ਦੀ ਹਸਤੀ ਬਿਆਨ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਪਰਮਾਤਮਾ ਦਾ ਸਰੂਪ ਬਿਆਨ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਕੋਈ ਵੀ ਪੂਰੀ ਤਰ੍ਹਾਂ ਦੇ ਨਾਲ ਸਫਲ ਨਹੀਂ ਹੋ ਸਕਦੀ, ਕਿਉਂਕਿ ਪਰਮਾਤਮਾ ਤੇ ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਉੱਚਾ ਹੈ। ਉਸ ਤੱਕ ਤੇ ਕਿਸੇ ਦੀ ਪਹੁੰਚ ਨਹੀਂ। ਸਰੀਰਕ ਤੌਰ ਤੇ ਜੇਕਰ ਅਸੀਂ ਗੱਲ ਕਰੀਏ ਤੇ ਇੱਥੋਂ ਤੱਕ ਕਿ ਸ਼ੇਸ਼ ਨਾਗ, ਸ਼ੇਖ ਸ਼ਬਦ ਤੋਂ ਭਾਵ ਹੈ ਸ਼ੇਸ਼ ਨਾਗ, ਜਿਸ ਦੇ ਕਿ ਹਜ਼ਾਰਾਂ ਮੁਖ ਕਹੇ ਜਾਂਦੇ ਹਨ। ਅਸਲੀਅਤ ਦੇ ਵਿੱਚ ਅਜਿਹਾ ਕੋਈ ਪ੍ਰਾਣੀ ਸ੍ਰਿਸ਼ਟੀ ਦੇ ਵਿੱਚ ਕਿਤੇ ਮੌਜੂਦ ਹੈ ਜਾਂ ਨਹੀਂ ਹੈ, ਇਹਦੇ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਪਰ ਇਤਿਹਾਸ ਜਾਂ ਮਿਥਿਹਾਸ ਉਹਦੇ ਵਿੱਚ ਸ਼ੇਸ਼ ਨਾਗ ਦਾ ਜ਼ਿਕਰ ਆਉਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਉਹਦੇ ਹਜ਼ਾਰਾਂ ਮੁਖ ਹੁੰਦੇ ਹਨ ਤੇ ਉਹ ਆਪਣੇ ਹਰ ਮੁਖ ਤੋਂ ਹਰ ਰੋਜ਼ ਪਰਮਾਤਮਾ ਦਾ ਨਵਾਂ ਨਾਮ ਉਚਾਰਨ ਕਰਦਾ ਹੈ। ਪਰ ਉਹਦੇ ਗੁਣਾਂ ਦਾ ਅੰਤ ਗੁਰੂ ਜੀ ਕਹਿੰਦੇ ਸ਼ੇਸ਼ ਨਾਗ ਵੀ ਨਹੀਂ ਪਾ ਸਕਦਾ। ਸ਼ੇਸ਼ ਨਾਗ ਸ਼ਬਦ ਦੀ ਵਰਤੋਂ ਇੱਥੇ ਸਿਰਫ ਇਹ ਦਰਸਾਉਣ ਦੇ ਲਈ ਕੀਤੀ ਗਈ ਹੈ ਕਿ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਕੋਈ ਵੀ ਨਹੀਂ ਪਾ ਸਕਦਾ, ਬੇਸ਼ੱਕ ਉਹਦੇ ਹਜ਼ਾਰਾਂ ਮੁਖ ਕਿਉਂ ਨਾ ਹੋਣ ਤੇ ਹਰ ਮੁਖ ਤੋਂ ਉਹ ਨਵਾਂ ਗੁਣ ਬਿਆਨ ਕਰਨ ਦੀ ਕੋਸ਼ਿਸ਼ ਕਿਉਂ ਨਾ ਕਰ ਲਵੇ, ਪਰ ਫਿਰ ਵੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਨਾਰਦ ਮੁਨ ਜਨ ਸੁਖ ਬਿਆਸ, ਜਸ ਗਾਵਤ ਗੋਬਿੰਦ, ਰਸ ਗੀਤੇ ਹਰਸਿਓ ਬੀਦੇ, ਭਗਤ ਰਚੇ ਭਗਵੰਤ। ਨਾਰਦ ਰਿਸ਼ੀ ਅਨੇਕਾਂ ਹੀ ਮੁਨੀ ਲੋਕ, ਸੁਖਦੇਵ ਅਤੇ ਬਿਆਸ ਆਦਿਕ ਰਿਸ਼ੀ ਵੀ ਗੋਬਿੰਦ ਦੀ ਸਿਫਤ ਸਲਾਹ ਕਰਦੇ ਹਨ, ਉਸ ਪਰਮਾਤਮਾ ਦੇ ਗੁਣ ਗਾਉਂਦੇ ਹਨ। ਪਰਮਾਤਮਾ ਦੇ ਭਗਤ ਉਸ ਦੇ ਨਾਮ ਰਸ ਵਿੱਚ ਭਿੱਜੇ ਰਹਿੰਦੇ ਹਨ। ਗੀਧੇ ਤੋਂ ਭਾਵ ਭਿੱਜੇ ਰਹਿਣਾ, ਉਸ ਪਰਮਾਤਮਾ ਦੀ ਯਾਦ ਦੇ ਵਿੱਚ ਪਰੋਏ ਰਹਿੰਦੇ ਹਨ। ਬੀਧੇ ਤੋਂ ਭਾਵ ਪਰੋਏ ਰਹਿਣਾ, ਉਹਦੀ ਭਗਤੀ ਦੇ ਵਿੱਚ ਮਸਤ ਰਹਿੰਦੇ ਹਨ। ਮੋਹ ਮਾਨ ਭ੍ਰਮ ਬਿਨਸਿਓ, ਪਾਈ ਸ਼ਰਨ ਦਇਆਲ, ਚਰਨ ਕਮਲ ਮਨ ਤਨ ਬਸੇ, ਦਰਸ਼ਨ ਦੇਖ ਨਿਹਾਲ। ਜਿਹੜੇ ਮਨੁੱਖ ਉਸ ਦਇਆਲ ਪਰਮਾਤਮਾ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਹਨ, ਉਸ ਪਰਮਾਤਮਾ ਦਾ ਆਸਰਾ ਤੱਕ ਲੈਂਦੇ ਹਨ ਆਪਣੀ ਜ਼ਿੰਦਗੀ ਦੇ ਲਈ, ਆਪਣੀ ਹਉਮੈ ਨੂੰ ਦਬਾ ਕੇ ਆਪਣੇ ਆਪ ਨੂੰ ਪਰਮਾਤਮਾ ਦੇ ਅੱਗੇ ਨਿਉਸ਼ਾਬਰ ਕਰ ਦਿੰਦੇ ਹਨ। ਮਨ ਦੇ ਵਿੱਚ ਇਹ ਧਾਰ ਲੈਣਾ ਕਿ ਪਰਮਾਤਮਾ ਜੋ ਕੁਝ ਵੀ ਮੈਨੂੰ ਬਖਸ਼ਿਆ ਹੋਇਆ ਹੈ, ਤੂੰ ਹੀ ਬਖਸ਼ਿਆ ਹੋਇਆ ਹੈ। ਮੈਂ ਕੋਈ ਆਪਣੀ ਹਿੰਮਤ ਦੇ ਨਾਲ, ਆਪਣੀ ਜੁਰਤ ਦੇ ਨਾਲ ਇਹ ਸਭ ਹਾਸਲ ਨਹੀਂ ਕਰ ਲਿਆ। ਆਪਣੇ ਆਪ ਨੂੰ ਨੀਵਾਂ ਕਰ ਲਿਆ, ਆਪਣੇ ਅੰਦਰ ਪਰਮਾਤਮਾ ਨੂੰ ਉੱਚਾ ਕਰ ਲਿਆ, ਪਰਮਾਤਮਾ ਦਾ ਆਸਰਾ ਤੱਕ ਲਿਆ। ਜਦੋਂ ਅਸੀਂ ਪਰਮਾਤਮਾ ਦਾ ਆਸਰਾ ਤੱਕ ਲੈਂਦੇ ਹਾਂ ਤਾਂ ਸਾਡੇ ਅੰਦਰੋਂ ਮਾਇਆ ਦਾ ਮੋਹ, ਹੰਕਾਰ ਅਤੇ ਭਟਕਣਾ ਸਭ ਕੁਝ ਦੂਰ ਹੋ ਜਾਂਦਾ ਹੈ। ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਰਮਾਤਮਾ ਦੇ ਚਰਨ ਕਮਲ ਬਸੇ ਹੋਏ ਹਨ, ਉਹ ਪਰਮਾਤਮਾ ਦਾ ਦਰਸ਼ਨ ਕਰਕੇ ਸਦਾ ਹੀ ਨਿਹਾਲ ਹੋਏ ਰਹਿੰਦੇ ਹਨ। ਉਹਨਾਂ ਦਾ ਤਨ ਅਤੇ ਮਨ ਸਦਾ ਹੀ ਖਿੜਿਆ ਰਹਿੰਦਾ ਹੈ। ਲਾਭ ਮਿਲੈ ਟੋਟਾ ਹਿਰੈ, ਸਾਧ ਸੰਗ ਲਿਵ ਲਾਏ, ਖਾਟ ਖਜ਼ਾਨਾ ਗੁਣ ਨਿਧ ਹਰੇ, ਨਾਨਕ ਨਾਮ ਧਿਆਏ। ਸਾਧ ਸੰਗਤ ਦੇ ਰਾਹੀਂ ਪ੍ਰਭੂ ਚਰਨਾਂ ਦੇ ਵਿੱਚ ਸੁਰਤ ਜੋੜ ਕੇ ਆਤਮਿਕ ਜੀਵਨ ਰੂਪੀ ਲਾਭ ਖੱਟ ਲਈਦਾ ਹੈ। ਲਾਭ ਮਿਲੈ ਟੋਟਾ ਹਿਰੈ, ਸਾਡੇ ਆਤਮਿਕ ਜੀਵਨ ਦੇ ਵਿੱਚ ਜੋ ਘਾਟ ਪੈ ਗਈ ਸੀ ਉਹ ਦੂਰ ਹੋ ਜਾਂਦੀ ਹੈ।
ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਜੁੜ ਕੇ ਪਰਮਾਤਮਾ ਦੇ ਨਾਲ ਆਪਣੀ ਲਿਵ ਜੋੜਦੇ ਹਾਂ। ਚੰਦਰਮਾ ਦੀ 6ਵੀਂ ਤਿਥੀ, ਜਿਹਨੂੰ ਖਟ ਕਿਹਾ ਜਾਂਦਾ ਹੈ, ਖਟ ਤੋਂ ਖਾਟ ਖਜ਼ਾਨਾ ਗੁਣ ਨਿਧ ਹਰੇ, ਕਿ ਹੇ ਨਾਨਕ ਤੂੰ ਵੀ ਪਰਮਾਤਮਾ ਦਾ ਨਾਮ ਧਿਆ, ਪਰਮਾਤਮਾ ਦਾ ਨਾਮ ਸਿਮਰ, ਤੇ ਗੁਣਾਂ ਦੇ ਰੂਪ, ਗੁਣਾਂ ਦੇ ਖਜ਼ਾਨੇ, ਉਸ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਤੂੰ ਵੀ ਖੱਟ ਲੈ, ਤੂੰ ਵੀ ਇਕੱਠਾ ਕਰ ਲੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 297ਵੇਂ ਅੰਗ ਤੇ ਵਿਰਾਜਮਾਨ ਪਹਿਲਾ ਜੋ ਸ਼ਬਦ ਸੀ, ਉਹਦੀ ਵਿਆਖਿਆ ਆਪਾਂ ਪਹਿਲੇ ਭਾਗ ਦੇ ਵਿੱਚ ਕੀਤੀ, ਤੇ ਇਸ ਦੂਜੇ ਭਾਗ ਦੇ ਵਿੱਚ ਬਾਕੀ ਦੇ ਜੋ 3 ਸ਼ਬਦ ਸਨ ਉਹਨਾਂ ਦੀ ਵਿਆਖਿਆ ਆਪਾਂ ਸਮਾਪਤ ਕਰ ਲਈ ਹੈ। ਚੰਦਰਮਾ ਦੀਆਂ ਤਿਥੀਆਂ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਬਾਣੀ ਲਿਖੀ ਹੈ, ਤੇ ਇਸ ਵੀਡੀਓ ਦੇ ਵਿੱਚ ਆਪਾਂ ਚੌਥ, ਪੰਜਵੀਂ ਅਤੇ 6ਵੀਂ ਇਹਨਾਂ 3 ਤਿਥੀਆਂ ਤੇ ਆਧਾਰਿਤ ਬਾਣੀ ਪੜ੍ਹੀ ਹੈ। ਚੌਥ ਨੂੰ ਮੁੱਖ ਰੱਖਦੇ ਹੋਏ ਗੁਰੂ ਜੀ ਨੇ ਚਤੁਰ ਹੋਣ ਦੀ ਗੱਲ ਕੀਤੀ ਕਿ ਅਸਲ ਦੇ ਵਿੱਚ ਚਤੁਰ ਤੇ ਸਿਆਣਾ ਉਹ ਹੈ ਜਿਸ ਨੇ ਆਪਣੇ ਅੰਦਰੋਂ ਹੰਕਾਰ ਦੂਰ ਕਰ ਲਿਆ। ਚੌਥ ਤੋਂ ਹੀ 4 ਪਦਾਰਥ ਅਤੇ ਚੌਥ ਤੋਂ ਹੀ 4 ਵੇਦਾਂ ਦੀ ਵੀ ਗੱਲ ਗੁਰੂ ਜੀ ਨੇ ਕੀਤੀ ਹੈ। ਪੰਜਵੀਂ ਨੂੰ ਮੁੱਖ ਰੱਖਦੇ ਹੋਏ 5 ਵਿਕਾਰਾਂ ਦੀ ਗੱਲ ਕੀਤੀ ਹੈ, ਜਗਤ ਦੇ ਪਰਪੰਚ ਦੀ ਗੱਲ ਕੀਤੀ ਹੈ ਕਿ ਕਿਸ ਪ੍ਰਕਾਰ ਆਮ ਤੌਰ ਤੇ ਮਨੁੱਖ 5 ਵਿਕਾਰਾਂ ਦੇ ਪ੍ਰਭਾਵ ਅਧੀਨ ਜਗਤ ਦਾ ਜੋ ਪਰਪੰਚ ਹੈ, ਜਗਤ ਦਾ ਜੋ ਖਿਲਾਰਾ ਹੈ, ਉਹਦੇ ਵਿੱਚ ਹੀ ਫਸਿਆ ਰਹਿੰਦਾ ਹੈ। ਤੇ ਕੋਈ ਵਿਰਲੇ ਮਨੁੱਖ ਹੁੰਦੇ ਹਨ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਅਸਲੀ ਜੀਵਨ ਜਾਚ ਨੂੰ ਸਮਝਣ ਦੀ ਜਿਗਿਆਸਾ ਪੈਦਾ ਕਰਦਾ ਹੈ। ਅਤੇ 6ਵੀਂ ਤਿਥੀ ਨੂੰ ਮੁੱਖ ਰੱਖਦੇ ਹੋਏ 6 ਸ਼ਾਸਤਰਾਂ ਦੀ ਗੱਲ ਕੀਤੀ ਹੈ, ਕਿਉਂਕਿ 6 ਨੂੰ ਖਟ ਵੀ ਕਿਹਾ ਜਾਂਦਾ ਹੈ। ਸੋ ਖਟ ਤੋਂ ਸਾਨੂੰ ਪ੍ਰਮਾਤਮਾ ਦੇ ਨਾਮ ਰੂਪੀ ਖਜ਼ਾਨੇ ਨੂੰ ਖੱਟਣ ਦੀ ਹਦਾਇਤ ਵੀ ਗੁਰੂ ਜੀ ਨੇ ਕੀਤੀ ਹੈ, ਸਲਾਹ ਗੁਰੂ ਜੀ ਨੇ ਬਖਸ਼ੀ ਹੈ। ਸੋ ਰਾਗ ਗੌੜੀ ਦੇ ਵਿੱਚ ਥਿੱਤੀ ਦੀ ਬਾਣੀ ਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਨਿਰੰਤਰ ਰੱਖਾਂਗੇ। ਅੱਜ ਦੀ ਵੀਡੀਓ ਨੂੰ ਅੰਤ ਤੱਕ ਵੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।